ਔਰ ਪੇਂਟਿੰਗਸ ਬਣਾ ਰਹੇ ਨੇ, ਕੁਰਾਨ ਪਾਕ ਦੇ ਆਇਤ ਨੂੰ ਲਿਖ ਰਹੇ ਨੇ, ਸੂਈ ਧਾਗੇ ਨਾਲ ਲਿਖ ਰਹੇ ਨੇ। ਇਹ ਇੱਕ ਨਾਯਾਬ ਕੰਮ ਆ। ਅਸੀਂ ਸ਼ਾਇਰੀ ਤੋਂ ਗੱਲ ਸ਼ੁਰੂ ਕੀਤੀ ਸੀ, ਅਸੀਂ ਪੇਂਟਿੰਗ ਵੱਲ ਚਲੇ ਗਏ, ਲੇਕਿਨ ਇਹਨਾਂ ਦੀਆਂ ਗੱਲਾਂ ਦਿਲ 'ਚ ਖੋਭਦੀਆਂ ਜਾ ਰਹੀਆਂ, ਇਸ ਲਈ ਦੁਬਾਰਾ ਅਸੀਂ ਇਹ ਨਾਲ ਜਾਂਦੇ ਹਾਂ, ਗੱਲ ਨੂੰ ਕੰਟੀਨਿਊ ਕਰਦੇ ਹਾਂ ਵਿੱਚ। ਮੈਂ ਕਿਹਾ ਤੁਹਾਡੇ ਨਾਲ ਵੀ ਥੋੜਾ ਮੁਖਾਤਬ ਹੋਲਾ। ਤੇ ਤੁਸੀਂ ਪੇਂਟਿੰਗਸ ਜਿਹੜੀਆਂ ਕਰਦੇ ਜੇ, ਇਹ ਪੇਂਟਿੰਗਸ ਨੂੰ ਤੁਸੀਂ ਇੰਟਰਨੈਸ਼ਨਲੀ ਕਿਸੇ ਫੋਰਮ ਦੇ ਉੱਤੇ ਭੇਜਿਆ? ਨਹੀਂ ਜੀ, ਮੈਨੂੰ ਕੋਈ ਐਸਾ ਰਸਤਾ ਹੀ ਨਹੀਂ ਮਿਲਿਆ। ਸਾਡੇ ਪਾਕਿਸਤਾਨ 'ਚ ਤੁਹਾਨੂੰ ਪਤਾ ਹੈ ਕਿ ਇਸ ਚੀਜ਼ ਦੀ ਕਦਰ ਨਹੀਂ। ਚਲੋ ਬਹਰਹਾਲ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਪਲੇਟਫਾਰਮ ਤੇ ਤੁਹਾਨੂੰ ਜਿਹੜਾ ਨਾ ਅੱਗੇ ਇੱਕ ਪੇਂਟਿੰਗ ਨੂੰ ਅੱਗੇ ਅਸੀਂ ਲੋਕਾਂ ਤੱਕ ਪਹੁੰਚਾਈਏ। ਵੈਸੇ ਨੋਰਮਲੀ ਜਿਹੜੇ ਮੈਂ ਜਾਣਦਾ ਇੱਕ ਦੋ ਪੇਂਟਰਸ ਨੂੰ, ਤੇ ਤੁਸੀਂ ਤਾਂ ਖੈਰ ਕਮਾਲ ਕੰਮ ਕਰਦੇ ਜੇ ਸੂਈ ਧਾਗੇ ਨਾਲ। ਉਹ ਦੂਸਰਾ ਪੇਂਟ ਕਰਦੇ ਨੇ, ਆਇਲ ਪੇਂਟ ਕਰਦੇ ਨੇ। ਉਹਨਾਂ ਨੇ ਸਊਦੀਆ ਭੇਜੀਆਂ, ਕੁਝ ਇਸ ਤਰ੍ਹਾਂ ਕੀਤਾ, ਇਸਲਾਮੀ ਪੇਂਟਿੰਗ ਸੀਗੀਆਂ, ਤੇ ਉਹ ਬਹੁਤ ਅੱਛਾ ਉਹਨਾਂ ਨੂੰ ਉੱਥੋਂ ਰਿਸਪੌਂਸ ਮਿਲਿਆ, ਬਲਕਿ ਸ਼ਾਹੀ ਖਾਨਦਾਨ ਤੱਕ ਵੀ ਗਈਆਂ ਉਹਨਾਂ ਦੀਆਂ। तो बहरहाल इंशाल्लाह ਇਹਦੇ ਤੇ ਅਸੀਂ ਵੀ ਮਜ਼ੀਦ ਕਰਾਂਗੇ ਗੱਲਬਾਤ। ਅੱਛਾ, ਤੁਸੀਂ ਇਹ ਪੇਂਟਿੰਗਸ ਤੋਂ ਹਟ ਕੇ ਹੋਰ ਤੁਸੀਂ ਸਾਫਤ ਨਾਲ ਵੀ ਮੁਤਲਕ ਨੇ? ਸ਼ਾਇਰੀ ਵਾਲ ਅਸੀਂ ਬਾਅਦ ਚ ਆ ਜਾਂਦੇ ਚਲੋ। ਸਾਫਤ ਤੇ ਤੁਸੀਂ ਪ੍ਰੈਜ਼ੀਡੈਂਟ ਵੀ ਕਿ ਕਿਸੇ ਗਰੁੱਪ ਦੇ ਕੋਈ ਪਾਕਿਸਤਾਨ ਗਰੁੱਪ ਆਫ ਜਰਨਲਿਸਟ। ਇਹ ਕੀ ਚੀਜ਼ ਹੈ ਦਾ ਤੁਸੀਂ ਤਾਰਫ ਕਰਾਓਗੇ? ਇਹ ਸਹਾਫੀਆਂ ਲਈ ਕੰਮ ਕਰ ਰਹੇ, ਉਹਨਾਂ ਦੇ ਤਹਫੁਜ਼ ਲਈ ਕੰਮ ਕਰ ਰਹੇ। ਜਿਸ ਤਰ੍ਹਾਂ ਸਹਾਫੀਆਂ ਨਾਲ ਜ਼ਾਤੀਆਂ ਕਿੰਨੀਆਂ ਹੁੰਦੀਆਂ, ਅਰਸ਼ਦ ਸ਼ਰੀਫ ਲਈ ਹੁੰਦੇ ਹਾਂ, ਇਹਨਾਂ ਲਈ ਕਰਨੇ। ਅਰਸ਼ਦ ਸ਼ਰੀਫ ਲਈ ਕੋਈ ਕੀਤਾ ਇਹਨਾਂ ਨੇ? ਸਾਰਿਆਂ ਲਈ ਕਰਨੇ। ਅਸੀਂ ਹਰ ਸਹਾਫੀ ਲਈ, ਅਰਸ਼ਦ ਲਈ ਵੀ ਆਵਾਜ਼ ਤੇ ਚੁੱਕਨੇ हैं, लेकिन ਤੁਹਾਨੂੰ ਪਤਾ ਸੁਣਵਾਈ ਤੇ ਪਾਕਿਸਤਾਨ 'ਚ ਨਹੀਂ। ਚਲੋ ਅੱਲਾਹ ਤਾਲਾ ਪਾਕਿस्तान ਲਈ ਆਸਾਨੀ करे जी। सहाफियां नाल क्योंकि ना हालांकि सहाफत जो पेशा है ये सच में बुजुर्गाना पैगंबराना पेशा, लेकिन सहीफा तो है ना। हाँ जी, लेकिन आजकल जो काम है उस लेवल का नहीं हो रहा। मियाँ जी उत्ते तकरीबन सारे कामां ते देखिए ते बहुत सारे चेंजेस आ गई हैं, बहुत सारे काम सवाल वजीर होए ने, लेकिन यह है कि कुछ लोग तो हर वक्त होंगे ने ਜਿਹੜੇ ਹੱਕ ਤੇ ਖੜੇ ਰਹਿੰਦੇ ਨੇ। बहुत हाँ जी, ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਕੋਲ ਇਸ ਵਕਤ ਬੀਆ ਜੀ ਮੌਜੂਦ ਨੇ, ਹੱਕ ਤੇ ਖੜੇ ਨੇ, ਹੱਕ ਦੀ ਆਵਾਜ਼ ਉਠਾ ਰਹੇ ਨੇ। ਤੇ ਬੀਆ ਜੀ ਤੁਸੀਂ ਇਸ ਤੋਂ ਇਲਾਵਾ ਤੁਸੀਂ ਕੋਈ ਇਸਲਾਮੀ ਕਿਤਾਬਾਂ ਵੀ ਲਿਖੀਆਂ? हाँ जी, मैं दरअसल बच्चों ਨੂੰ ਪੜ੍ਹਾਉਣੀ ਹੈ ਨਾ, ਤੇ ਉਹਨਾਂ ਨੂੰ ਇਸਲਾਮੀਅਤ ਜਲਦੀ ਯਾਦ ਨਹੀਂ ਹੁੰਦੀ, ਤੇ ਮੈਂ ਫਿਰ ਉਹਨਾਂ ਨੂੰ ਪੁਆਇੰਟਸ ਬਣਾ ਕੇ ਜਦੋਂ ਯਾਦ ਕਰਵਾਇਆ ਤੇ ਉਹ ਜਲਦੀ ਉਹਨਾਂ ਨੇ ਯਾਦ ਕੀਤੀ। ਕੋਈ ਕਿਤਾਬ ਲਿਖੀ ਹੈ? हाँ जी, मैं राहे हदायत लिखी है, सही बच्चों की उर्दू आसान ग्रामर लिखी है। ਹੁਣ मैं उन्होंने लिए हुकूक फ्राइज लिखी है, ਹੁਣ 14 मासूमीन लिखी है, बहुत शाहनामे आइमा कराम लिखी है। बहुत अच्छा। तो ये सारी पॉइंट्स ਦੀਆਂ ਕਿਤਾਬਾਂ ताकि कोई भी पढ़े तो वो जल्दी समझ आती। बहुत अला जी। ਅੱਛਾ, ਤੁਸੀਂ ਇਹ ਸ਼ਾਇਰੀ ਕਰਦੇ ਜੇ ਨਾਲ ਪੰਜਾਬੀ ਦੀ, ਉਰਦੂ ਦੀ, ਕਿਹੜੀ ਜ਼ੁਬਾਨ ਦੀ ਸ਼ਾਇਰੀ 'ਚ ਤੁਹਾਨੂੰ ਜ਼ਿਆਦਾ ਸਕੂਨ ਮਿਲੇ? क्योंकि देखो मैं सोचती पंजाबी च, अच्छा, तो मैं लिखना भी आसान है, और ਜਿਹੜੀਆਂ फीलिंग्स ਹੁੰਦੀਆਂ ਉਹ ਵੀ मैं बिल्कुल ओरिजिनल वैसे ही लिख सकती। उर्दू ਦੇ है कि लफ्ज़ सोचने ਪੈਂਦੇ, ਤੇ ਉਹਦੇ 'ਚ ਉਹਨਾਂ ਮੈਨੂੰ ਮਜ਼ਾ ਨਹੀਂ ਆਉਂਦਾ ਜਾਂ ਅੱਛਾ ਨਹੀਂ ਲੱਗਦਾ ਜਿੰਨਾ ਮੈਂ ਪੰਜਾਬੀ ਚ ਲੱਗਦਾ। ਸਹੀ। ਲੇਕਿਨ ਤੁਸੀਂ ਨਸਰ ਵੀ ਲਿਖਦੇ ਜੇ, ਅਫਸਾਨੇ ਵੀ ਲਿਖਦੇ ਜੇ? ਹਾਂਜੀ, ਉਹ ਮੈਂ ਆਰਟੀਕਲ ਵੀ ਲਿਖਣੀ ਹੈ ਪੰਜਾਬੀ ਦੇ, ਜਿਸ ਤਰ੍ਹਾਂ ਸਾਡਾ ਮੁਆਸ਼ਰਾ ਹੈ, ਹਾਂਜੀ, ਅੱਜ ਦੇ ਦੌਰ ਦੇ ਬੱਚੇ, ਅੱਜ ਦੀਆਂ ਮਾਵਾਂ ਕੈਸੀਆਂ, ਅੱਜ ਦੀ ਤਰਬੀਅਤ ਜਾਂ ਮਾਹੌਲ ਕੈਸਾ ਹੈ, ਜਾਂ ਬਾਹਰ ਦੀ ਮੁਆਸ਼ਰੇ ਤੇ ਜਿਹੜੇ ਹੈ ਉਹ ਕੀ ਔਕੜਾ ਹੈ, ਤੇ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਬਚਾਉਣਾ ਹੈ। ਮੇਰੇ ਇਹੋ ਜਿਹੇ ਟੌਪਿਕ ਹੁੰਦੇ ਬਹੁਤ तो मैं ਅੱਛੇ। लिखती हूँ। ਹਾਂਜੀ, और लहरा च भी मेरे पंजाबी आर्टिकल छपते। ਲਹਿਰਾ ਵੀ ਮਸ਼ਹੂਰ ਹੈਗਾ हाँ जी, कैनेडा च। ਜੀ ਜੀ। ਅੱਛਾ ਜੀ, ਇਹ ਤੁਸੀਂ ਜਿਹੜੀ ਨਸਰ ਲਿਖ ਰਹੇ ਜੀ, ਅਫਸਾਨੇ ਲਿਖ ਰਹੇ ਜੀ ਜਾਂ हाँ जी, ਡਰਾਮੇ अफसाने ਵਗੈਰਾ ਵੀ ਸਭ? नहीं हले ड्रामा नहीं, सिर्फ वो लिखे ज़्यादा पंजाबी अफसाने लिखे, और वो भी हर औरत की कहानी है, क्योंकि जो मैं कपड़िया के काम पागलखानिया च कराए, कटरिया च कराए, कच्चिया आबादियाँ च कराए, मुख्तलिफ जगह ते ना, तो उत्थे मैं बहुत ज़्यादा ऐसिया चीज़ां मैं देखिया कि ਜਿਹੜੀਆਂ मैं चाहती सी मैं लिखा, तो वो फिर ਹੁਣ मैं वही सच्चियां कहानियां जिन्हां ਨੂੰ मैं ਅਫਸਾਨਿਆਂ ਦਾ ਰੂਪ ਦਿੱਤੇ, लेकिन बहुत सच्चियां अच्छा। कहानियां। ਬਹੁਤ ਅੱਛੇ। ਸੱਚੀਆਂ ਕਹਾਣੀਆਂ ਲਿਖਣ ਦਾ ਇਹ ਫਾਇਦਾ ਹੁੰਦਾ ਹੈ ਕਿ ਬੰਦਾ ਸੱਚ ਦੇ ਨਾਲ ਜੁੜ ਜਾਂਦਾ ਹੈ, ਔਰ ਸੱਚ ਨਾਲ ਜੁੜਿਆ ਬੰਦਾ ਹੀ ਕਾਮਯਾਬ ਹੈ ਇਸ ਦੁਨੀਆ ਤੇ ਵੀ ਤੇ ਆਖਰਤ ਤੇ ਵੀ। ਤੁਸੀਂ ਪਹਿਲੇ ਕੋਈ ਉਰਦੂ ਦੀ ਗੱਲ ਕਰ ਲਈ, ਤੁਹਾਨੂੰ ਚੱਸ ਪੰਜਾਬੀ ਚ ਆਈ ਹੈ, ਤੇ ਅਸੀਂ ਪੰਜਾਬੀ ਦੀ ਗੱਲ ਆਖਰ ਤੇ ਕਰਾਂਗੇ ਤਾਂ ਕਿ ਅਸੀਂ ਵੀ ਚੱਸ ਲਾਂਗੇ। ਤੇ ਤੁਸੀਂ ਕੋਈ ਉਰਦੂ ਦਾ ਸਾਨੂੰ ਕੋਈ ਆਪਣਾ ਕਲਾਮ ਕੋ ਥੋੜਾ ਜਿਹਾ ਕੋਈ ਇੱਕ ਅੱਧੀ ਕੋ ਗਜ਼ਲ ਸੁਣਾ ਦਿਓ ਜੀ। ਜਿਹੜੀ ਇੱਥੇ ਮੈਨਚੈਸਟਰ 'ਚ ਲੋਕਾਂ ਨੇ ਬੜੀ ਪਸੀਰਾਈ ਦਿੱਤੀ ਹੈ, ਉਹ ਤੁਹਾਨੂੰ ਮੈਂ ਸੁਣਾਣੀ ਹੈ ਜੀ। गठड़ियाँ सोच की संभाले हुए, गठड़ियाँ सोच की संभाले हुए, हम तेरे हिज्र के हवाले। वाह वाह वाह, बहुत आला। शुक्रिया।
जी भाई एक शेर सुना नहीं मैं जी। डायरी है छोटी, जी। रोक लो ना, दोबारा शुरू कर लो। मेरे को डायरी है। चलो कोई नहीं, चलता रहने दो, कोई नहीं। अच्छा अच्छा बाद काट लांगे ना। चलो ठीक है। ਠੀਕ ਹੈ। कितने मिनट का हो गया? 14-15 ਮਿੰਟ ਦਾ ਹੋ ਗਿਆ। बस ठीक। ਤੁਸੀਂ ਪਤਾ ਕੀ ਕਹਿਣਾ, ਉੱਥੇ ਕਹਿਣਾ ਕਿ ਥੋੜਾ ਆਪਣਾ ਕੋਈ ਕਲਾਮ ਤੁਸੀਂ ਸ਼ੇਰ ਦੁਬਾਰਾ ਪੜ੍ਹੋ हाँ जी। अच्छा ठीक है। ਕਿ मैं ਤੁਸੀਂ नजर कर ਉਹ ਤੋਂ- ਤੇ ਆਸਫ ਭਾਈ ਤੁਸੀਂ ਵੀ ਸੁਣ ਰਹੇ ਹੋ। ਆਸਫ ਭਾਈ ਇਹ ਹੁਣ ਜਿੱਥੋਂ ਕਿਹਾ ਨਾ ਮੈਂ ਭੁੱਲ ਗਏ, ਲੇਕਿਨ ਇਹ ਸ਼ੁਰੂ ਕਰਨਗੇ ਪਿੱਛੋਂ, ਯਾਨੀ ਕਿ ਉਸੇ ਜਗ੍ਹਾ ਤੋਂ ਡਾਕਟਰ ਸਾਹਿਬ ਕਿ ਜੀ ਆਪਣਾ ਕੋਈ ਕਲਾਮ ਸੁਣਾਓ। ਤੇ ਡਾਕਟਰ ਸਾਹਿਬ ਬੋਲਣ ਲੱਗੇ ਜੀ ਅਸੀਂ ਵੀਡੀਓ ਕੱਟ ਨਹੀਂ ਰਹੇ ਆਸਫ ਭਾਈ, ਐਜ਼ ਇਟ ਇਜ਼ ਚੱਲਦੀ ਪਈ ਹੈ। ਤੇ ਡਾਕਟਰ ਸਾਹਿਬ ਉੱਥੋਂ ਤੁਸੀਂ ਸ਼ੁਰੂ ਕਰਨਾ ਕਿ ਕਲਾਮ। जी। ਤੁਸੀਂ ਜੀ ਸਾਨੂੰ ਕੋਈ ਫਿਰ ਉਰਦੂ ਦਾ ਕਲਾਮ ਸੁਣਾਓ। ठीक है। गठड़ियाँ सोच की संभाले हुए, वाह हम तेरे हिज्र के हवाले हुए। वाह वाह वाह, गठड़ियाँ सोच की संभाले हुए, हम तेरे हिज्र के हवाले हुए। क्या कहने। एक बहादुर सपूत क्या देंगी, हम्म, माए सीनों में खौफ पाले हुए। क्या कहने, क्या कहने। इन चिरागों के बस में था ही नहीं, होए होए होए। दिल जलाया तो ये उजाले। वाह 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 वाह, इन चिरागों के बस में था था ही ही नहीं, नहीं, दिल जलाया तो ये तो उजाले। ये उजाले हुए। जाने किस रोज हमको डस लेंगे, हम्म, आस्तीनों में सांप पाले हुए। वाह वाह, यूनिवर्सल शेर है जी। वाह वाह गठड़ियाँ सोच की संभाले हुए। वाह। अच्छा दो शेर हो रहे हैं। याद रह रह के आ रहा है मुझे, हाँ हाँ आज की स्पद आमद। जी जी। याद रह रह के आ रहा है मुझे, हम्म, अब तेरा हिज्र खा रहा। मेरी एक पंजाबी दी नज़म है, की दसां भलिए माए मैं की दुख हंडाए। वाह की दसां भलिए माए मैं की दुख हंडाए। मैं निज जमी निज जाई, की लैके किस्मत आई। हम्म, दुख दूने पै गए चोली, तू जिन्ने लाड़ लड़ाए। वाह की दसां भलिए माए वाह वाह। पे हको मेथों मंगदे, हम्म, आप हक दे देवी संग दे। ना धर्म दा तरके मरदा, की किने सुन कमाए। क्या कहने। की दसां भलिए माए कदी कुखे कतल कराया, कदी जिउंदी नूं दफनाया। कट दिता मार के धक्के, तू पुत्तर क्यों नहीं जाए। की दसां भलिए माए कौन अमड़ी केड़ा बावा, मैं मंदरे चढ़ी चढ़ावा। जद नाची बन के नची, भगवाना जी ललचाए। की दसां भलिए माए की करदियां सिक्खां सिखदी, मैं उर्द बजारे विकदी। मैं जाके उस बजारे, की ना मुल पवाए। हम्म, की दसां भलिए माए मैं की दुख हंडाए। की रोमा ओले ताकां, मिल गईयां 3 तलाकां। हम्म, कर दिता मार के धक्के, तू पुत्तर क्यों नहीं जाए। की दसां भलिए माए की लिखिया लिखन हारे, धी अद्धी ते पुत सारे। हम्म, एक ऊंचा ते एक नीवा, तो किसका नाम बनाए। होए, की दसां भलिए माए मैं की दुख हंडाए। हाँ, नहीं खबरे के मैं हैवा, हम्म, मैं उतों डिग्गी शैवा। हाँ, नहीं आन किसी ने पूछा, बीबिया क्यों कुड़लाए। की दसां भलिए माए ਇਹਦੇ 'ਚ ਹਰ ਮਾਸ਼ਰੇ ਦੀ ਔਰਤ ਦੇ ਦੁੱਖ ਆਵੇ। बहुत बहुत आला जी। बड़ा ਤੁਸੀਂ ਇਹ ਵੀ ਪੇਂਟਿੰਗ ਹੀ ਬਣਾਈ ਜੀ। ਇਹ ਵੀ ਪੇਂਟਿੰਗ ਹੀ ਜੀ, ਇਹ ਨਜ਼ਮ ਨਹੀਂ ਜੀ। नहीं मैं एक मेरी कलाम में काफ़ी है। जी मैं लिख रही सी सूरह रहमान ਦੀ ਕਾਇਦ ਸੀ ਤੇ ਉਹਦੇ ਤੇ ਮੈਂ ਕੰਮ ਕਰ ਰਹੀ ਸੀ ਤੇ ਉਹਦੇ 'ਚ ਫੁੱਲ ਮੈਂ ਦਿਖਾ ਰਹੀ ਸੀ ਤੇ ਕੱਪੜੇ ਤੇ ਮੈਂ ਕਢਾਈ ਕਰ ਰਹੀ ਸੀ। ਮੇਰੇ ਜ਼ਿਹਨ 'ਚ ਇੱਕਦਮ ਆਇਆ ਕਿ ਸੂਈ ਧਾਗਾ ਮੈਂ ਲੈ ਕੇ ਬੈਠੀ, ਕੀਤਾ ਰੱਬ ਕਮਾਲ। हाँ ਖਾਲੀ ਹੱਥ ਰੁਮਾਲ ਸੀ ਜਿਹੜਾ ਭਰ ਗਿਆ ਫੁੱਲਾਂ ਨਾਲ। वाह 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 ਮੈਂ वाह। ਫਿਰ ਮੇਰੀ ਕਾਫੀ ਗਾਈ ਵੀ ਗਈ, ਹਾਂ। ਲੋਕਾਂ ਨੇ ਪਸੰਦ ਵੀ ਕੀਤੀ। ਅੱਛਾ ਤੁਹਾਡੇ ਕੋਈ ਗਾਣੇ ਲੋਕਾਂ ਨੇ ਗਾਏ ਵੀ ਨੇ ਗੁਲਕਾਰਾਂ ਨੇ। ਹਾਂਜੀ ਮੇਰੇ 10 ਗਾਣੇ, ਉਹਦੇ 'ਚ 2 ਗੀਤ ਹੈ, ਬਾਕੀ ਗਜ਼ਲਾਂ ਹੁਮੈਰਾ ਚੰਨਾ ਨੇ ਗਾਈ हाँ हाँ ਜਿਹੜੀਆਂ ਕਿ ਬਹੁਤ ਅੱਛੀਆਂ। बहुत अच्छे। ਨਵਾਜ਼ਿਸ਼ ਅਲੀ ਹਜ਼ਰ ਵੀ ਨੇ ਉਹਦੀਆਂ ਤੋਂ ਨਾ ਬਣਾਈਆਂ ਸੀ। हम्म, 10 ਗਾਣੇ ਅਮਨ ਅਲੀ ਨੇ ਗਾਏ, 6 ਗਾਣੇ ਆਸਿਫ ਮਹਿਦੀ ਨੇ, ਮਹਿਦੀ ਹਸਨ ਦੇ ਸ਼ਾਗਿਰਦ ਨੇ ਗਾਏ। आसिम की बड़ी आवाज़ है। ਹਾਂਜੀ ਇਸ ਨੇ ਇੱਕ ਉਸਤਾਦ ਹੈ ਆਰਿਫ ਖਾਨ ਬਾਬਰ ਮੁਲਤਾਨ ਦੇ, ਉਹਨਾਂ ਨੇ ਮੇਰੇ 5 ਗੀਤ ਗਾਏ। ਬਹੁਤ ਆਲਾ ਜੀ, ਬਹੁਤ ਅੱਛੇ। ਤੁਸੀਂ ਬੀਆ ਜੀ ਇੰਨਾ ਬੜਾ ਕੰਮ ਕਰ ਛੱਡਿਆ,
ਕਦੀ ਕਿ ਹੋਇਆ ਕਿ ਮੈਨੂੰ ਕਿਸੇ ਚੀਜ਼ ਦਾ ਮੇਰਾ ਕੋਈ ਫੈਸਲਾ ਮੇਰੇ ਕੋਲ ਗਲਤ ਹੋ ਗਿਆ, ਕਦੀ ਐਸਾ ਮਹਿਸੂਸ ਹੋਇਆ, ਕਦੀ ਉਹ ਸੋਚ ਆਈ ਕਿ ਮੈਂ ਫੈਸਲਾ ਗਲਤ ਕਰ ਲਿਆ? ਕਿਉਂਕਿ ਤੁਸੀਂ ਲੱਗਦਾ ਨਹੀਂ ਤੁਹਾਡੇ ਇੰਨੇ ਬੜੇ ਕੰਮ ਤੁਸੀਂ ਕੀਤੇ ਸਾਰੇ ਸਹੀ ਕਰ ਛੱਡੇ। ਨਹੀਂ, ਮੈਂ ਇਹੀ ਦੱਸਣ ਲੱਗੀ ਹਾਂ ਕਿ ਅੱਲਾ ਦਾ ਸ਼ੁਕਰ ਹੈ, ਸਿਰਫ ਉਹਦਾ ਖਾਸ ਕਰਮ ਮੇਰੇ ਮੌਲਾ ਦਾ ਰੱਬ ਦਾ ਕਿ ਮੈਂ ਜਿਹੜਾ ਵੀ ਕੰਮ ਕੀਤਾ ਅੱਲਾ ਨੇ ਬੇੜੇ ਪਾਰ ਲਾ ਬਾਹ ਫੜੀ। ਬਾਹ ਅੱਲਾ ਨੇ ਬੜੀ ਬਣਨਾ, ਮੈਂ ਇੰਨੇ ਕੰਮ ਵਾਕਈ ਨਹੀਂ ਸੀ ਕਰ ਸਕਦੀ। ਜਨੂਨ ਹੋਣ ਦੇ ਬਾਵਜੂਦ, ਸ਼ੌਕ ਹੋਣ ਦੇ ਬਾਵਜੂਦ ਬਾਜ਼ੂ ਖਾਨ ਸਾਨੂੰ ਰਸਤੇ ਨਹੀਂ ਮਿਲਦੇ, ਸਾਨੂੰ ਹੋਰ ਮਜਬੂਰੀਆਂ ਹੁੰਦੀਆਂ, ਲੇਕਿਨ ਮੈਂ ਜਿਹੜਾ ਵੀ ਕੰਮ ਕੀਤਾ ਮੇਰੇ ਬੱਚਿਆਂ ਨੇ ਵੀ ਸਾਥ ਦਿੱਤਾ ਔਰ ਉਹ ਮੇਰੀ ਬਲਕਿ ਤਾਕਤ ਹੈ। ਬਹੁਤ ਅੱਛਾ। ਕਿ ਉਸ ਤੋਂ ਪਹਿਲੇ ਵੀ ਮੈਨੂੰ ਅੱਲਾ ਦਾ ਸ਼ੁਕਰ ਹੈ ਕਿ ਮੈਂ ਇਕੱਲੀ ਸੀ, ਲੇਕਿਨ ਮੈਨੂੰ ਕਦੀ ਅਹਿਸਾਸ ਨਹੀਂ ਹੋਇਆ ਮੈਂ ਇਕੱਲੀ। ਮੈਂ ਹਰ ਵੇਲੇ ਲੱਗਦਾ ਸੀ ਨਹੀਂ ਮੈਂ ਇਕੱਲੀ ਨਹੀਂ, ਮਿਲਣਾ ਹੈ ਔਰ ਮੈਨੂੰ ਪਤਾ ਹੈ ਕਿ ਮੇਰਾ ਅੱਲਾ ਮੇਰੇ ਨਾਲ। ਅੱਛਾ, ਤੁਸੀਂ ਇੰਨਾ ਬੜਾ ਕੰਮ ਕੀਤਾ ਜੇ, ਤੁਸੀਂ ਉਹ ਇੱਕ ਖਤੂਨ ਹੋ ਕੇ ਮਾਸ਼ਾਅੱਲਾ ਇੰਨੀ ਫੀਲਡਾਂ ਦੇ ਵਿੱਚ ਆਪਣਾ ਲੋਹਾ ਮਨਵਾਇਆ, ਤੁਸੀਂ ਹੁਣ ਕੋਈ ਅੱਜ ਦੇ ਦੌਰ ਦੀਆਂ ਕੁੜੀਆਂ ਨੂੰ ਕੋਈ ਪੈਗਾਮ ਦਿਓ? ਜੀ, ਮੈਂ ਅੱਜ ਦੇ ਦੌਰ ਦੀਆਂ ਪੈਗਾਮ ਖਾਲੀ ਨਹੀਂ ਦਿੰਦੀ, ਬਲਕਿ ਮੈਂ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਹੈ ਘਰਾਂ ਚੋਂ ਕੱਢ ਕੇ ਲਿਆ ਕੇ ਕਿ ਕੰਮ ਸਿੱਖੋ, ਕੁਝ ਕਰੋ, ਕੋਈ ਟੈਕਨੀਕਲ ਕੰਮ ਸਿੱਖੋ। ਟੈਕਨੀਕਲ ਵੀ ਕਰੋ, ਮਤਲਬ ਕਿ ਹਰ ਇੱਕ ਦੇ ਅੰਦਰ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੁੰਦਾ, ਲੇਕਿਨ ਉਹਨਾਂ ਨੂੰ ਕਈ ਦਫਾ ਰਸਤਾ ਹੀ ਨਹੀਂ ਮਿਲਦਾ। ਤੇ ਮੈਂ ਫਿਰ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਕਰਕੇ ਦੇਖੋ, ਜਿਹੜੇ ਕੰਮ 'ਚ ਤੁਹਾਡਾ ਦਿਲ ਲੱਗੇਗਾ ਉਹਨੂੰ ਲੈ ਕੇ ਅੱਗੇ ਚੱਲ ਪੈਣਾ। ਯਾਨੀ ਕਿ ਅੱਜ ਦੀ ਕੁੜੀ ਜਿਹੜੀ ਆ ਉਹ ਥੋੜੀ ਲਿਬਰਲ ਹੋਵੇ, ਤੁਹਾਡੇ ਕਹਿਣ ਦਾ ਮਤਲਬ ਔਰਤ ਮਾਰਚ ਤੇ ਨਾ ਜਾਵੇ? ਨਹੀਂ, ਇਹ ਗੱਲ ਗਲਤ ਹੈ, ਮੈਂ ਤੇ ਕਦੀ ਵੀ ਨਹੀਂ ਕਿਹਾ। ਜਿਹਨੂੰ ਸਾਡੇ ਦੀਨ ਨੇ ਇਜਾਜ਼ਤ ਨਹੀਂ ਦਿੱਤੀ ਅਸੀਂ ਕਿਸ ਤਰ੍ਹਾਂ ਕਰ ਸਕਦੇ? ਬਿਲਕੁਲ ਸਹੀ ਹੈ। ਦੂਸਰੀ ਗੱਲ ਹੈ ਕਿ ਠੀਕ ਹੈ ਕਿ ਅਸੀਂ ਬਹੁਤ ਜ਼ਿਆਦਾ ਤੇ ਦੀਨ ਨੂੰ ਨਹੀਂ ਸਮਝਦੇ, ਨਾ ਅਸੀਂ ਅਮਲ ਕਰਦੇ ਹਾਂ, ਫਿਰ ਵੀ ਛੋਟੀਆਂ ਗੱਲਾਂ ਤੋਂ ਵੀ ਬਚਣਾ ਚਾਹੀਦਾ। ਹਾਂ, ਸਹੀ। ਔਰ ਬੱਚਿਆਂ ਲਈ ਹੈ ਕਿ ਬੱਚਿਆਂ ਨੂੰ ਕੰਮ ਸਾਰੇ ਆਉਣੇ ਚਾਹੀਦੇ ਜਿਹੜੇ ਕਿ ਅੱਜ ਕੱਲ੍ਹ ਦੇ ਮਾਹੌਲ 'ਚ ਕੋਈ ਨਹੀਂ ਸਿੱਖਦੇ, ਔਰ ਮਾਪਿਆਂ ਨੇ ਵੀ ਐਸਾ ਲਾਡ ਕੀਤੇ ਕਿ ਉਹ ਅੱਜ ਜਦੋਂ ਵੀ ਲੋਕ ਕਹਿੰਦੇ ਨੇ ਬੱਚੇ ਅੱਜ ਕੱਲ੍ਹ ਦੇ ਇਸ ਤਰ੍ਹਾਂ ਦੇ, ਤੇ ਮੈਂ ਆਰਟੀਕਲ ਇਹੀ ਲਿਖਣੀ ਕਿ ਬੱਚੇ ਪੈਦਾਇਸ਼ੀ ਸਾਰੇ ਇੱਕੋ ਜਿਹੇ, ਡਿਪੈਂਡ ਕਰਦਾ ਤੁਸੀਂ ਮਾਹੌਲ ਕਿਹੜਾ ਦੇ ਰਹੇ ਹੋ। ਸਹੀ। ਵਰਨਾ ਦੇਖੋ ਮਾਵਾਂ ਦਾ ਰੋਲ ਜਿਹੜਾ ਹੈ ਉਹ ਮਾਂ ਦਾ ਬਹੁਤ ਅਹਿਮ ਹੈ, ਯਾਨੀ ਕਿ ਪੈਗਾਮ ਜਿਹੜਾ ਹੈ ਉਹ ਬੱਚਿਆਂ ਲਈ ਨਹੀਂ ਹੋਣਾ ਚਾਹੀਦਾ, ਮਾਵਾਂ ਲਈ ਹੋਣਾ ਚਾਹੀਦਾ। ਔਰ ਮੈਂ ਜ਼ਿਆਦਾਤਰ ਮਾਵਾਂ ਤੇ ਲਿਖਣੀ ਹੈ, ਬਲਕਿ ਮਦਰਸ ਡੇ ਤੇ ਮੈਂ ਔਰਤ ਦੇ ਖਿਲਾਫ ਲਿਖਣੀ, ਕਿਉਂਕਿ ਇੱਕ ਰੂਟੀਨ ਬਣੀ ਹੋਈ ਹੈ ਕਿ ਔਰਤ ਡੇ ਤੇ ਉਹਦੇ ਤੇ ਇਹੀ ਕਹਿਣਾ ਜੀ ਔਰਤ ਮਜ਼ਲੂਮ ਹੈ, ਅੱਜ ਦਾ ਮਰਦ ਮਜ਼ਲੂਮ ਹੈ। ਸਹੀ, ਹੱਕ ਦੀ ਗੱਲ ਹੈ, ਇਨਸਾਫ ਹੈ, ਅੱਜ ਦੀ ਔਰਤ ਮਜ਼ਲੂਮ ਨਹੀਂ ਹੈ। ਸਹੀ। ਤੁਸੀਂ ਇਹ ਦੇਖ ਲਓ ਕਿ ਸਾਡੇ ਦੌਰ 'ਚ ਹੁੰਦਾ ਸੀ ਕਿ ਅਸੀਂ ਜ਼ਰਾ ਜਿਹੇ ਵੱਡੇ ਹੁੰਦੇ ਸੀ ਤੇ ਮਾਵਾਂ ਸੂਈ ਧਾਗਾ ਪੜ੍ਹਾ ਦਿੰਦੀਆਂ ਸੀ, ਮਸ਼ੀਨ ਤੇ ਕੰਮ ਸਿਖਾਉਂਦੀਆਂ ਸੀ। ਸਹੀ। ਅੱਜ ਲੈਪਟਾਪ ਆ ਗਏ ਜਾਂ ਮੋਬਾਈਲ ਔਰ ਟੈਬਲੇਟ ਆ ਗਈ, ਉਸ ਤੋਂ ਇਲਾਵਾ ਮੈਂ ਫੁਰਸਤ ਨਹੀਂ, ਜਾਂ ਫੈਸ਼ਨ ਤੋਂ ਇਲਾਵਾ ਮੀਡੀਆ ਦਾ ਜਿਹੜਾ ਨੈਗੇਟਿਵ ਅੱਜ ਕੱਲ੍ਹ ਅਸਰ ਅੰਦਾਜ਼ ਹੋਇਆ ਨਾ ਬੱਚਿਆਂ ਤੇ ਕੁਝ ਬੇਰਾਰਵੀ ਜਿਹੜੀ ਹੈ ਸਾਡੇ ਮਾਹੌਲ ਦੀ ਸਾਡੇ ਘਰਾਂ ਤੋਂ ਸ਼ੁਰੂ ਹੁੰਦੀ ਹੈ। ਜੇ ਸਾਨੂੰ ਬਚਪਨ ਤੋਂ ਛੋਟੇ ਹੁੰਦੇ ਉੱਠਣ ਬੈਠਣ ਦੀ ਤਮੀਜ਼ ਸਿਖਾਈ ਜਾਏ, ਉਹਨਾਂ ਨੂੰ ਦੱਸਿਆ ਜਾਏ ਕਿ ਵੱਡੇ ਬੈਠੇ ਬੋਲਣਾ ਕਿਸ ਤਰ੍ਹਾਂ, ਗੱਲ ਕਿਸ ਤਰ੍ਹਾਂ ਕਰਨੀ ਹੈ, ਅੱਖਾਂ ਨੀਵੀਆਂ ਕਰਨੀਆਂ ਜਾਂ ਲੱਤ ਤੇ ਲੱਤ ਨਹੀਂ ਰੱਖਣੀ, ਜਾਂ ਇਸ ਤਰ੍ਹਾਂ ਅਦਬ ਨਾਲ ਬੋਲਣਾ, ਲਫ਼ਜ਼ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਜਦੋਂ ਇੱਜ਼ਤ ਨਾਲ ਬੁਲਾਵਾਂਗੇ ਲਾਜ਼ਮੀ ਗੱਲ ਹੈ ਉਹ ਸਾਨੂੰ ਇੱਜ਼ਤ ਦੇਣਗੇ। ਲੇਕਿਨ ਅਸੀਂ ਸਮਝਦੇ ਹਾਂ ਕਿ ਅਸੀਂ ਉਹ ਬੱਚੇ ਤੇ ਉਹ ਜਾਨਵਰ ਹੈ, ਉਹਨਾਂ ਨੂੰ ਅਸੀਂ ਜਾਨਵਰਾਂ ਵਾਂਗ ਸਲੂਕ ਕਰਨਾ ਔਰ ਉਹ ਬਦਤਮੀਜ਼ ਹੁੰਦੇ। ਜੇ ਅਸੀਂ ਉਹਨਾਂ ਨੂੰ ਪਿਆਰ ਨਾਲ ਬੁਲਾਵਾਂਗੇ ਔਰ ਉਹਨਾਂ ਦੀ ਇੱਜ਼ਤ ਕਰਾਂਗੇ ਤੇ ਉਹ ਸਾਡੀ ਇੱਜ਼ਤ ਕਰਨਗੇ। ਬਹੁਤ ਅੱਛੇ। ਤੇ ਮੈਂ ਕਹਿੰਦੀ ਹਾਂ ਕਿ ਮਾਵਾਂ ਦਾ ਕਸੂਰ ਹੈ, ਅੱਜ ਦੀ ਮਾਂ ਉਹ ਮਾਂ ਨਹੀਂ ਹੈ ਜਿਹੜੇ ਪਹਿਲੇ ਕੋਈ ਤੁਹਾਨੂੰ ਪਤਾ ਯੂਨੀਵਰਸਿਟੀਆਂ 'ਚ ਤੇ ਨਹੀਂ ਮਾਵਾਂ ਡਿਗਰੀਆਂ ਲੈ ਕੇ ਆਉਂਦੀਆਂ ਸੀ, 10-10 ਬੱਚੇ ਪਾਲਦੀਆਂ ਸੀ ਤੇ 10 ਦੇ 10 ਕਿੰਨੇ ਨੇਕ ਔਰ ਸ਼ਰੀਫ ਜਾਂ ਲਾਇਕ ਔਰ ਨੇਕ ਹੁੰਦੇ ਸੀ, ਔਰ ਕਿੰਨੇ ਵੱਡੇ ਅਹੁਦਿਆਂ ਤੇ ਗਏ।